ਸਤਿਨਾਮ ਸ੍ਰੀ ਵਾਹਿਗੁਰੂ। ਬਿਲਾਵਲ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਾਗ ਬਿਲਾਵਲ ਵਿੱਚ ਅੱਜ ਸਾਨੂੰ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਗੁਣ, ਵਾਹਿਗੁਰੂ ਦੀ ਸ਼ਕਤੀ, ਉਹ ਪ੍ਰਭੂ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਜੋ ਰਚਣ ਵਾਲਾ, ਉਹਨੂੰ ਗੁਰੂ ਦੁਆਰਾ ਜਾਣਨ ਦਾ ਗਿਆਨ ਦੇ ਰਿਹਾ। ਇੱਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ। ਇੱਕੋ ਵਰਤੈ ਅਵਰ ਨ ਕੋਇ, ਮਨ ਰੋਸ ਕੀਜੈ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ। ਇੱਕ ਸੇਵਕ ਇੱਕ ਭਰਮ ਭੁਲਾਏ, ਪਰਮਾਤਮਾ ਦੀ, ਵਾਹਿਗੁਰੂ ਦੀ, ਪਰਮੇਸ਼ਰ ਦੀ। ਇਸ ਤਰ੍ਹਾਂ ਦੀ ਇਹ ਖੇਡ ਰਚਨਾ ਜਿਹੜੀ ਪਰਮੇਸ਼ਰ ਨੇ ਰਚੀ ਹੋਈ, ਇਹਨਾਂ ਨੂੰ ਪਰਮਾਤਮਾ ਨੇ ਆਪਣਾ ਬਣਾਇਆ ਹੋਇਆ, ਆਪਣੇ ਸੇਵਕ ਬਣਾਇਆ ਹੋਇਆ। ਉਹ ਗੁਰੂ ਦੇ ਪਿਆਰੇ, ਗੁਰੂ ਮਤ ਗ੍ਰਹਿਣ ਕਰਕੇ ਸਮੇਂ ਨਾਲ ਉੱਠਦੇ, ਅੰਮ੍ਰਿਤ ਵੇਲਾ ਸਾਂਭਦੇ, ਸਤ ਸੰਗਤ ਕਰਦੇ, ਸਚੇਤ ਹੋ ਕੇ ਗੁਰਦੇਵ ਦੇ ਬਚਨ ਸੁਣਦੇ, ਆਪਣੇ ਮਨ ਨੂੰ ਵਾਹਿਗੁਰੂ ਨਾਲ, ਪਰਮੇਸ਼ਰ ਨਾਲ ਜੋੜਦੇ, ਮਨ ਅੰਦਰ ਉੱਠਦੇ ਹੋਏ ਬੁਰੇ ਖਿਆਲਾਂ ਤੇ ਕਾਬੂ ਪਾ ਕੇ ਰੱਬ ਨਾਲ, ਪਰਮੇਸ਼ਰ ਨਾਲ ਪ੍ਰੀਤ ਕਰਦੇ। ਇੱਕ ਵਰਤਾ ਹੈ ਅਵਰ ਨ ਕੋਈ, ਇੱਕੋ ਵਰਤੇ ਵੀ ਰੱਬ ਇੱਕੋ, ਇੱਕ ਪਰਮਾਤਮਾ ਸਾਰੇ ਅੰਦਰ ਵਰਤ ਰਿਹਾ। ਇਸ ਕਰਕੇ ਇੱਕ ਸੇਵਕ ਇੱਕ ਭਰਮ ਭੁਲਾਏ। ਇੱਕ ਉਹ ਲੋਕ ਜਿਹੜੇ ਤਮੋਗੁਣੀ ਸੁਭਾਅ ਵਾਲੇ, ਉਹਨਾਂ ਨੂੰ ਕੋਈ ਸਮਝ ਸੂਝ ਨਹੀਂ ਹੈ। ਉਹਨਾਂ ਨੂੰ ਪਰਮਾਤਮਾ ਨੇ ਉਹਨਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਭਰਮ ਵਿੱਚ ਭੁਲਾਇਆ ਹੋਇਆ। ਉਹ ਦੁਖੀ ਹੁੰਦੇ ਰਹਿੰਦੇ, ਉਹ ਸੰਸਾਰ ਮਾਇਆ ਵਿੱਚ ਗਲਤਾਨ ਰਹਿੰਦੇ, ਉਹਨਾਂ ਨੂੰ ਚਿੰਤਾਵਾਂ ਸਤਾਉਂਦੀਆਂ ਰਹਿੰਦੀਆਂ, ਲੋਭ ਵਾਸ਼ਨਾ ਦੁਖੀ ਕਰਦੇ ਰਹਿੰਦੇ, ਕਿਉਂਕਿ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਉਹਨਾਂ ਨੂੰ ਫਲ ਮਿਲ ਰਿਹਾ। ਇੱਕ ਸੇਵਕ ਇੱਕ ਭਰਮ ਭੁਲਾਏ, ਇੱਕ ਵਾਹਿਗੁਰੂ ਦੇ, ਪਰਮਾਤਮਾ ਦੇ, ਪਰਮੇਸ਼ਰ ਦੇ ਸੇਵਕ ਆ, ਬੰਦਗੀ ਕਰਦੇ, ਨਾਮ ਜਪਦੇ। ਇਹ ਖੇਡ ਪਰਮਾਤਮਾ ਨੇ ਰਚੀ ਹੋਈ ਦੋ ਪੱਖ ਦੀ, ਹਾਠਾਂ ਦੋਵੇਂ ਕੀਤੀਆਂ, ਸ਼ਿਵ ਸ਼ਕਤ ਵਰਤਾਇਆ। ਇੱਕ ਸ਼ਕਤੀ ਬਣਾਈ, ਇੱਕ ਪਰਮਾਤਮਾ ਨੇ ਦਾ ਆਪਣਾ ਆਪ ਸੰਸਾਰ ਜਗਤ ਉੱਤੇ ਸਰਵ ਵਿਆਪਕ ਹੈ। ਤੇ ਫਿਰ ਇਸ ਤਰ੍ਹਾਂ ਬਣਾ ਕਰਕੇ ਦੋ ਹੱਦਾਂ ਬਣਾਤੀਆਂ, ਇੱਕ ਦੈਂਤ ਬਣਾਤੇ, ਇੱਕ ਦੇਵਤੇ ਬਣਾਤੇ, ਇੱਕ ਚੰਗੇ ਮਨੁੱਖ ਬਣਾਤੇ, ਇੱਕ ਮੰਦੇ ਬਣਾਤੇ। ਸ਼ਿਵ ਅੱਗੇ ਸ਼ਕਤੀ ਹਾਰਿਆ, ਇਵੇਂ ਹਰ ਪਾਇਆ। ਪਰ ਜਿਹਨੇ ਬੰਦਗੀ ਕਰਨੀ, ਪਰਮੇਸ਼ਰ ਨਾਲ ਪ੍ਰੀਤ ਕਰਨੀ, ਉਹ ਸਮਝ ਲਵੇ ਵੀ ਪਰਮਾਤਮਾ ਹੀ ਸਰਬ ਸ਼ਕਤੀਵਾਨ ਹੈ। ਪਰਮਾਤਮਾ ਨਾਲ ਪ੍ਰੀਤ ਕਰਨ ਨਾਲ ਹੀ ਸੰਸਾਰਕ ਦੁੱਖ ਦੂਰ ਹੁੰਦੇ, ਵਾਹਿਗੁਰੂ ਦੀ ਬੰਦਗੀ ਕਰਨ ਨਾਲ ਹੀ ਸੁਖੀ ਰਹੀਦਾ। ਇਸ ਲਈ ਭਰਮ ਵਿੱਚ ਪੈ ਕੇ, ਲੋਭ ਵਾਸ਼ਨਾ ਵਿੱਚ ਗਲਤਾਨ ਹੋ ਕੇ ਆਪਣੇ ਕੀਮਤੀ ਜਨਮ ਨੂੰ ਬਰਬਾਦ ਹੋਣ ਤੋਂ ਬਚਾ ਲੈਣਾ ਚਾਹੀਦਾ। ਇੱਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ। ਇਹ ਵਾਹਿਗੁਰੂ ਦੀ ਆਪਣੀ ਖੇਡ ਆ, ਤੇ ਆਪ ਹੀ ਬ੍ਰਹਮਾ ਆਦਿ ਪਾਸੋਂ ਸ੍ਰਿਸ਼ਟੀ ਨੂੰ ਬਣਾ ਕੇ ਮਹੇਸ਼ ਦੁਆਰਾ ਲੈ ਕਰਵਾਉਂਦਾ, ਪੈਦਾ ਕਰਦਾ ਤੇ ਫਿਰ ਉਹਨੂੰ ਲੈ ਕਰ ਦਿੰਦਾ। ਇੱਕੋ ਵਰਤੈ ਅਵਰ ਨ ਕੋਇ, ਇੱਕੋ ਇੱਕ ਪਰਮਾਤਮਾ ਹੀ ਸਾਰਿਆਂ ਦੇ ਅੰਦਰ ਵਰਤ ਰਿਹਾ, ਹੋਰ ਕੋਈ ਦੂਜਾ ਹੈ ਨਹੀਂ।
ਮਨ ਰੋਸ ਕੀਜੇ ਜੇ ਦੂਜਾ ਹੋਏ। ਮਨ ਦੇ ਅੰਦਰ ਰੋਸ ਵਿਰੋਧ ਗੁੱਸਾ ਤਾਂ ਕਰੀਏ ਜੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੋਵੇ। ਤੇ ਸਭ ਜਗ੍ਹਾ ਉੱਤੇ ਪਰਮਾਤਮਾ ਰਹਿ ਰਿਹਾ, ਸਭ ਹਿਰਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੈ। ਤੇ ਫਿਰ ਸਿੱਖ ਪੁੱਛਦੇ ਸਤਿਗੁਰੂ ਫਿਰ ਕੀ ਕੀਤਾ ਜਾਵੇ? ਇੱਕ ਭਰਮ ਵਿੱਚ ਫਸੇ ਹੋਏ ਦੁਖੀ ਹੋ ਰਿਹਾ, ਤੜਫ ਰਿਹਾ, ਪੇਸ਼ ਨਹੀਂ ਜਾ ਰਹੀ, ਲੋ ਵਾਸ਼ਨਾ ਚ ਗਲਤਾਨ ਹੈ। ਤੇ ਗੁਰਦੇਵ ਕਹਿੰਦੇ ਸਤਿਗੁਰ ਸੇਵੇ ਕਰਨੀ ਸਾਰੀ, ਦਾ ਸਾਚਾ ਸਾਚੇ ਵਿਚਾਰੀ। ਅਸਲ ਵਿੱਚ ਇੱਕੋ ਹੀ ਇੱਕ ਸਾਧਨ ਹੈ, ਸਤਿਗੁਰ ਸੇਵੇ ਕਰਨੀ ਸਾਰੀ। ਇਹ ਉੱਤਮ ਸ੍ਰੇਸ਼ਟ ਕਰਮ। ਸਤਿਗੁਰੂ ਦੀ ਸੰਗਤ ਕਰਨੀ, ਆਪਣੇ ਮਨ ਦੇ ਖਿਆਲਾਂ ਨੂੰ, ਬੁਰੇ ਵਿਚਾਰਾਂ ਨੂੰ ਖਤਮ ਕਰਕੇ ਗੁਰੂ ਦੇ ਵਚਨਾਂ ਨੂੰ ਸੱਤ ਮੰਨਣਾ। ਸੱਤ ਮੰਨਦਿਆਂ ਹੋਇਆਂ ਗੁਰੂ ਦਾ ਹੁਕਮ ਮੰਨਣਾ। ਸਵੇਰੇ ਉੱਠ ਕਰਕੇ ਇਸ਼ਨਾਨ ਉਪਰੰਤ ਸਤਸੰਗ ਕਰਨੀ, ਸਤਿਗੁਰੂ ਦੇ ਬੋਲੇ ਪਾਵਨ ਬਚਨਾਂ ਨੂੰ ਸੁਣਨਾ, ਫਿਰ ਉਹਨਾਂ ਨੂੰ ਸਮਝਣਾ। ਦਰ ਸਾਚਾ ਸਾਚੇ ਵਿਚਾਰੀ। ਸਤਸੰਗ ਰੂਪ ਘਰ ਵਿੱਚ ਆ ਕਰਕੇ ਸੱਚ ਦੀ ਵਿਚਾਰ ਸੁਣਨੀ, ਫਿਰ ਉਹਦੀ ਵਿਚਾਰ ਕਰਨੀ ਪਈ ਗੁਰਦੇਵ ਕੀ ਕਹਿ ਰਹੇ ਆ। ਸਾਨੂੰ ਉਹਦੇ 'ਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੁਖੀ ਕਰ ਲੈਣਾ ਚਾਹੀਦਾ। ਥਿਤੀ ਵਾਰ ਸਭ ਸ਼ਬਦ ਸਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਕਿਉਂਕਿ ਸਤਿਗੁਰੂ ਪਿੱਛੇ 15 ਥਿੱਤਾਂ ਤੇ 7 ਵਾਰਾਂ ਦਾ ਵਰਣਨ ਕਰਕੇ ਆਏ। ਹੁਣ ਸਮਝਾ ਰਿਹਾ ਸਾਨੂੰ ਬਈ ਥਿੱਤ ਵਾਰ ਸਭ ਚੰਗੇ ਆ ਜੇ ਪਰਮਾਤਮਾ ਦਾ ਵਾਹਿਗੁਰੂ ਦਾ ਜਾਪ ਕੀਤਾ ਜਾਵੇ। ਸੋਈ ਦਿਵਸ ਸੁਹਾਵੜਾ। ਉਹ ਦਿਨ ਚੰਗਾ, ਉਹ ਰੁੱਤ ਚੰਗੀ, ਉਹ ਮਹੀਨੇ ਚੰਗੇ, ਮਹਾਂ ਦਿਵਸ ਨੂੰ ਰੁੱਤ ਭਲੇ। ਜਾਂ ਕੋ ਨਦਰ ਕਰੇ, ਜਿਹਦੇ ਤੇ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋ ਜਾਵੇ, ਉਹ ਦਿਨ ਚੰਗਾ, ਉਹ ਸਮਾਂ ਚੰਗਾ, ਉਹ ਰਾਤ ਚੰਗੀ, ਉਹ ਮਹੀਨਾ ਚੰਗਾ। ਥਿਤੀ ਵਾਰ ਸਭ ਸ਼ਬਦ ਸਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਪਰ ਸਤਿਗੁਰੂ ਦੇ ਪਾਵਨ ਬਚਨਾਂ ਨੂੰ ਸੁਣੇ, ਉਹਦੇ ਤੇ ਅਮਲ ਕਰੇ, ਤੇ ਫਿਰ ਗਿਆਨ ਦਾ ਫਲ ਪ੍ਰਾਪਤ ਹੁੰਦਾ। ਗਿਆਨ ਆ ਜਾਂਦਾ, ਸਮਝ ਆ ਜਾਂਦੀ, ਅਸਲ ਗੱਲ ਦਾ ਪਤਾ ਲੱਗ ਜਾਂਦਾ। ਥਿਤੀ ਵਾਰ ਸਭ ਆਵੈ ਜਾਏ, ਗੁਰ ਸ਼ਬਦ ਨੇਚਲ ਸਦਾ ਸੱਚ ਸਮਾਏ। ਸਤਿਗੁਰੂ ਮਹਾਰਾਜ ਨੇ ਚੰਗੀ ਤਰ੍ਹਾਂ ਵੰਡ ਕਰਕੇ ਸਮਝਾ ਦਿੱਤਾ ਵੀ ਦਿਨ ਰਾਤ ਆਉਂਦੇ ਰਹਿੰਦੇ, ਬਣਦੇ ਰਹਿੰਦੇ, ਸ੍ਰਿਸ਼ਟੀ ਚੱਲਦੀ ਰਹਿੰਦੀ। ਰਾਤ ਆ ਗਈ, ਦਿਨ ਚੜ੍ਹ ਗਿਆ, ਵਾਰ ਲੰਘ ਗਏ, ਰਿਤਾਂ ਲੰਘ ਗਈਆਂ, ਮਹੀਨੇ ਆ ਗਏ, ਸਾਲ ਲੰਘ ਗਏ। ਪਰ ਜਦੋਂ ਵਾਹਿਗੁਰੂ ਪ੍ਰੀਤਮ ਨਾਲ ਪ੍ਰੀਤ ਕੀਤੀ ਜਾਂਦੀ, ਪਰਮੇਸ਼ਰ ਦਾ ਜਾਪ ਕੀਤਾ ਜਾਂਦਾ, ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰਕੇ ਮਨ ਨੂੰ ਟਿਕਾ ਲਿਆ ਜਾਂਦਾ। ਨਿਸ਼ਚਲ ਕਰਨ ਦਾ ਮਤਲਬ ਟਿਕਾ ਲੈਣਾ, ਸਥਿਰ ਹੋ ਜਾਣਾ, ਪਰਮਾਤਮਾ ਨਾਲ, ਪਰਮੇਸ਼ਰ ਨਾਲ ਇੱਕ ਮਿਕ ਹੋ ਜਾਣਾ। ਥਿਤੀ ਵਾਰ ਤਾਂ ਜਾਂ ਸੱਚ ਰਾਤੇ, ਭਿੰਨਾ ਮੇ ਸਭ ਭਰਮੇ ਕਾਚੇ। ਉਹੋ ਹੀ ਸੁਖੀ ਹੈ ਜਿਹੜਾ ਪਰਮੇਸ਼ਰ ਦਾ ਜਪ ਕਰਦਾ। ਜੇ ਕੋ ਕਵੇ ਮੈਂ ਇਸ ਵਾਰ ਵਰਤ ਰੱਖਦਾ, ਇਸ ਵਾਰ ਆਹ ਕੰਮ ਕਰਦਾ, ਹੁਣ ਥਿੱਤ ਆ ਗਈ, ਇਹ ਕੰਮ ਕਰਨਾ ਚਾਹੀਦਾ। ਤੇ ਗੁਰਦੇਵ ਕਹਿੰਦੇ ਜੇ ਇਸ ਤਰ੍ਹਾਂ ਕੋਈ ਇਹਨਾਂ ਵਿੱਚ ਲੱਗਾ ਹੋਵੇ ਵੀ ਇਹ ਫਲ ਦੀ ਪ੍ਰਾਪਤੀ ਹੋ ਜਾਂਦੀ, ਇਸ ਤਰ੍ਹਾਂ ਜਪ ਕਰੀਏ ਇਹਦੀ ਪ੍ਰਾਪਤੀ ਹੋ ਜਾਂਦੀ, ਤੇ ਫਿਰ ਗੁਰਦੇਵ ਕਹਿੰਦੇ ਬਿਨ ਨਾਵੇਂ ਸਭ ਭਰਮੇ ਕਾਚੇ। ਉਹ ਭਰਮ ਵਿੱਚ ਫਸੇ ਹੋਏ ਆ, ਉਹ ਦੁੱਖਾਂ ਵਿੱਚ ਫਸੇ ਹੋਏ ਆ। ਜੇ ਸੁਖੀ ਹੋਣਾ ਫਿਰ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਪੇ। ਆਪੇ ਪੂਰਾ ਕਰੇ ਸੋ ਹੋਏ, ਆਪੇ ਪੂਰਾ ਕਰੇ ਸੋ ਹੋਏ, ਆਪੇ ਪੂਰਾ ਕਰੇ ਸੋ ਹੋਏ।
ਆਪੇ ਪੂਰਾ ਕਰੇ ਸੋ ਹੋਏ, ਆਪੇ ਪੂਰਾ ਕਰੇ ਸੋ ਹੋਏ, ਆਪੇ ਪੂਰਾ ਕਰੇ ਸੋ ਹੋਏ, ਆਪੇ ਪੂਰਾ ਕਰੇ ਸੋ ਹੋਏ। ਇਹ ਥਿਤੀ ਵਾਰ ਦੂਜਾ ਦੋਏ, ਇਹ ਥਿਤੀ ਵਾਰ ਦੂਜਾ ਦੋਏ, ਇਹ ਥਿਤੀ ਵਾਰ ਦੂਜਾ ਦੋਏ, ਇਹ ਥਿਤੀ ਵਾਰ ਦੂਜਾ ਦੋਏ। ਸਤਿਗੁਰ ਬਾਝੋਂ ਅੰਧ ਗੁਬਾਰ, 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 ਸਤਿਗੁਰ ਬਾਝੋਂ ਅੰਧ ਗੁਬਾਰ। ਥਿਤੀ ਵਾਰ ਸੇਵੇਂ ਮੁਗਧ ਗਵਾਰ, ਥਿਤੀ ਵਾਰ ਸੇਵੇਂ ਮੁਗਧ ਗਵਾਰ, ਥਿਤੀ ਵਾਰ ਸੇਵੈ ਮੁਕਤ ਗਵਾਰ, ਥਿਤੀ ਵਾਰ ਸੇਵੈ ਮੁਕਤ ਗਵਾਰ। ਨਾਨਕ ਗੁਰਮੁਖ ਬੂਝੈ ਸੋਜੀ ਪਾਏ, ਨਾਨਕ ਗੁਰਮੁਖ ਬੂਝੈ ਸੋਜੀ ਪਾਏ, ਨਾਨਕ ਗੁਰਮੁਖ ਬੂਝੈ ਸੋਜੀ ਪਾਏ, ਨਾਨਕ ਗੁਰਮੁਖ ਬੂਝੈ ਸੋਜੀ ਪਾਏ। ਇਕ ਨਾਮ ਸਦਾ ਰਹਾ ਸਮਾਏ, ਇਕ ਨਾਮ ਸਦਾ ਰਹਾ ਸਮਾਏ, ਇਕ ਨਾਮ ਸਦਾ ਰਹਾ ਸਮਾਏ, ਇਕ ਨਾਮ ਸਦਾ ਰਹਾ ਸਮਾਏ। ਸਤਿਗੁਰੂ ਜੀ ਚੰਗੀ ਤਰ੍ਹਾਂ ਸਾਨੂੰ ਸਮਝਾ ਰਿਹਾ ਵੀ ਇਹ ਦੇਹ ਨੇ ਵਾਰ ਇੱਥੇ ਤਾਂ ਇਹ ਆਉਂਦੇ ਰਹਿੰਦੇ ਜਾਂਦੇ ਰਹਿੰਦੇ। ਜੇ ਕੋਈ ਵਾਰ ਦੀ ਵਿਚਾਰ ਕਰੇ, ਜੇ ਕੋਈ ਤਰੀਕਾਂ ਦੀ ਵਿਚਾਰ ਕਰੇ, ਜੇ ਕੋਈ ਮਹੀਨਿਆਂ ਦੀ ਵਿਚਾਰ ਕਰੇ, ਤੇ ਸਤਿਗੁਰੂ ਕਹਿੰਦੇ ਉਹ ਮੂਰਖ ਆ, ਉਹ ਬੇਸਮਝਿਆ ਮੁਗਧ ਗਵਾਰ। ਜਿਹੜਾ ਇਹਦੇ ਵਿੱਚ ਲੱਗਾ ਰਹਿੰਦਾ ਉਹ ਦੁਖੀ ਆ, ਸੁਖੀ ਉਹ ਹੀ ਆ ਜਿਹੜਾ ਵਾਹਿਗੁਰੂ ਦਾ ਜਾਪ ਕਰਦਾ। ਮਨਮੁਖ ਮਰੇ ਮਰ ਬਿਗਤੀ ਜਾਏ, ਏਕ ਨਾ ਚੇਤੇ ਦੂਜੇ ਲੁਭਾਏ। ਮਨਮੁਖਾਂ ਦਾ ਹਾਲ ਦੱਸ ਰਿਹਾ ਭਈ ਮਨਮੁਖ ਸੰਸਾਰ ਜਗਤ ਉੱਤੇ ਇਸ ਤਰ੍ਹਾਂ ਤਿੱਤਾਂ ਵਾਰਾਂ ਵਿੱਚ ਲੱਗੇ ਰਹਿੰਦੇ, ਵਾਹਿਗੁਰੂ ਦਾ ਜਾਪ ਨਹੀਂ ਕਰਦੇ। ਉਹ ਮਰਦੇ ਤੇ ਜੰਮਦੇ ਤੇ ਉਹਨਾਂ ਦੀ ਮੁਕਤੀ ਨਹੀਂ ਹੁੰਦੀ, ਗਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਏਕ ਨਾ ਚੇਤੇ ਦੂਜੇ ਲੁਭਾਏ। ਇੱਕ ਵਾਹਿਗੁਰੂ ਦਾ ਜਾਪ ਨਹੀਂ ਕਰਦੇ, ਵਿਸ਼ਿਆਂ ਵਿਕਾਰਾਂ ਵਿੱਚ ਲੱਗੇ ਹੋਏ, ਲੋਭ ਵਿੱਚ ਫਸੇ ਹੋਏ, ਦੁਖੀ ਰਹਿੰਦੇ। ਅਚੇਤ ਪਿੰਡੀ ਅਗਿਆਨ ਆਧਾਰ, ਬਿਨ ਸ਼ਬਦੇ ਕਿਉਂ ਪਾਏ ਭਾਰ। ਹਿਰਦੇ ਦੇ ਅੰਦਰ ਅਗਿਆਨ ਕਰਕੇ ਕੋਪ ਹਨੇਰਾ, ਭਾਵ ਬੇਸਮਝੀ, ਬਿਨ ਸ਼ਬਦੇ ਕਿਉਂ ਪਾਏ ਭਾਰ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਭਵਜਲ ਸੰਸਾਰ ਤੋਂ ਬਚਿਆ ਨਹੀਂ ਜਾ ਸਕਦਾ, ਇਹਨੂੰ ਪਾਰ ਨਹੀਂ ਕੀਤਾ ਜਾ ਸਕਦਾ, ਸੁਖੀ ਨਹੀਂ ਹੋਇਆ ਜਾ ਸਕਦਾ। ਆਪ ਪਾਏ ਪਾਵਨਹਾਰ, ਆਪੇ ਕੀਤੋ ਨੂੰ ਗੁਰ ਵਿਚਾਰ। ਹੁਣ ਅੱਗੇ ਸਾਨੂੰ ਸਿੱਖਿਆ ਦੇ ਰਿਹਾ ਵੀ ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਰਚੀ, ਆਪ ਹੀ ਕਈ ਲੋਕ ਚੰਗੇ ਬੰਨੇ ਲੱਗੇ ਹੋਏ, ਕਈ ਲੋਕ ਮੰਦੇ ਬੰਨੇ ਲੱਗੇ ਹੋਏ, ਆਪ ਹੀ ਵਿਚਾਰ ਕਰਨ ਦੀ ਸ਼ਕਤੀ ਦਿੰਦਾ। ਇਹ ਵੀ ਪਰਮਾਤਮਾ ਦੇ ਅੰਦਰ ਉੱਤਮ ਗੁਣ ਆ। ਗੁਰੂ ਨਾਨਕ ਮਹਾਰਾਜ ਦਾ ਰਾਗ ਆਸਾ ਵਿੱਚ ਜਦੋਂ ਪੰਪਚਨ ਸੁਣਦੇ, ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ, ਕੁਝ ਤੇ ਬੜੇ ਆਰਾਮ ਨਾਲ ਰਜਾਈਆਂ ਵਿੱਚ ਸੁੱਤੇ ਹੋਏ ਆ ਤੇ ਕੁਝ ਉਹਨਾਂ ਤੇ ਪਹਿਰਾ ਦੇ ਰਹੇ ਆ। ਇਹ ਵੀ ਪਰਮਾਤਮਾ ਦੀ, ਵਾਹਿਗੁਰੂ ਦੀ ਖੇਡ ਰਚੀ ਹੋਈ ਹੈ। ਸਤਿਗੁਰੂ ਜੀ ਇਸ ਤਰ੍ਹਾਂ ਦੇ ਵਿਚਾਰਾਂ ਦੁਆਰਾ ਸਾਨੂੰ ਸਿੱਖਿਆ ਦਿੰਦੇ, ਬਹੁਤੇ ਭੇਖ ਕਰੇ ਭੇਖ ਧਾਰੀ, ਪਰ ਭਰਮੇ ਕਾਚੀ ਸਾਰੀ।
ਇਸ ਤਰ੍ਹਾਂ ਸੰਸਾਰ ਜਗਤ ਉੱਤੇ ਭਰਮ ਵਿੱਚ ਘੁੰਮਦੇ ਫਿਰਦੇ ਲੋਕ ਮਾਇਆ ਵਿੱਚ ਗਲਤਾਨ ਭੇਖਾਂ ਵਿੱਚ ਲੱਗੇ ਹੋਏ ਭਾਵ ਭਰਮੇ ਸੰਸਾਰ ਜਗਤ ਉੱਤੇ ਆਪਣੇ ਵਿਚਾਰਾਂ ਨੂੰ ਲੈ ਕੇ ਮਨ ਮਤ ਕਰਕੇ ਨੱਠੇ ਭੱਜੇ ਫਿਰਦੇ, ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਨਹੀਂ ਰੱਖਦੇ, ਇਹਨਾਂ ਦੇ ਪਿੱਛੇ ਲੱਗ ਕੇ ਸੰਸਾਰ ਮਾਇਆ ਵਿੱਚ ਫਸੇ ਰਹਿੰਦੇ। ਇੱਥੇ ਸੁੱਖ ਨਾ ਅੱਗੇ ਹੋਏ, ਮਨਮੁਖ ਮੋਏ ਆਪਣਾ ਜਨਮ ਖੋਏ। ਨਾ ਤੇ ਸਾਰੀ ਉਮਰ ਇੱਥੇ ਸੁਖੀ ਹੋਏ, ਹੋਰ ਮਾਇਆ 'ਚ ਪੈ ਕੇ ਲਾਲਚ 'ਚ ਲੱਗੇ ਰਹੇ। ਇਸ ਤਰ੍ਹਾਂ ਸੰਸਾਰ ਜਗਤ ਵਿੱਚ ਰਹਿੰਦੇ ਹੋਏ ਆਪ ਕਹਿ ਰਹੇ ਵੀ ਅਸੀਂ ਚੰਗੇ ਕੰਮ ਕਰ ਰਹੇ ਹਾਂ, ਪਰ ਮਾਇਆ ਮਲ ਵਿੱਚ ਗਲਤਾਨ ਹੋ ਕੇ ਸੱਚਾਈ ਨੂੰ ਨਾ ਜਾਣ ਕੇ ਮਨਮੁਖਤਾ ਦਾ ਸੁਭਾਅ ਰੱਖ ਕੇ ਇੱਥੇ ਸੁੱਖ ਨਾ ਅੱਗੇ ਹੋਏ। ਅੱਜ ਸੁਖੀ ਨਹੀਂ ਹੈ, ਅੱਜ ਮਨ ਅੰਦਰ ਗੰਦਲੇ ਵਿਚਾਰ ਆ ਰਹੇ ਆ, ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਨਹੀਂ ਹੈ, ਬਾਰ ਭਗਵਾਨ ਦਾ ਜਾਪ ਨਹੀਂ ਕੀਤਾ ਹੋਇਆ, ਆਪਣੇ ਆਪ ਦੀ ਪਛਾਣ ਨਹੀਂ ਕੀਤੀ ਹੋਈ, ਤੇ ਫਿਰ ਮਨਮੁਖ ਮੋਏ ਆਪਣਾ ਜਨਮ ਖੋਏ। ਆਪਣਾ ਜਨਮ ਗਵਾ ਕੇ ਮਨਮੁਖ ਚਲੇ ਜਾਂਦੇ। ਸਤਿਗੁਰ ਸੇਵੇ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਲ ਪਾਏ। ਤੇ ਜੇ ਸਮਾਂ ਕੱਢ ਕੇ ਸਤਿਗੁਰੂ ਦੀ ਸੰਗਤ ਕਰੇ, ਵਿਚਾਰ ਸੁਣੇ, ਧੰਨ ਗੁਰੂ ਨਾਨਕ ਮਹਾਰਾਜ ਦੇ ਉਪਦੇਸ਼ ਨੂੰ ਸਿੱਖ ਲਵੇ, ਤੇ ਫਿਰ ਸਮਝ ਪੈ ਜਾਂਦੀ ਪਰਮਾਤਮਾ ਹਿਰਦੇ ਅੰਦਰ ਆ। ਬਾਰ ਆਪਣੇ ਹਿਰਦੇ ਨੂੰ ਖੋਜਣਾ ਚਾਹੀਦਾ। ਅੰਤਰਾਤਮ ਦੇ ਪੂਜੀਏ ਗੁਰ ਕੇ ਸਹਿਜ ਸੁਭਾਏ। ਅੰਤਰਾਤਮੇ ਆਤਮਾ ਦੀ ਪੂਜਾ ਕਰਨੀ ਚਾਹੀਦੀ, ਪਰਮਾਤਮਾ ਦਾ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ। ਆਪੇ ਪੂਰਾ ਕਰੇ ਸੋ ਹੋਏ, ਇਹ ਥਿਤੀ ਵਾਰ ਦੂਜਾ ਦੋਏ। ਸਤਿਗੁਰੂ ਦਾ ਉਪਦੇਸ਼ ਸਿੱਖ ਲਵੇ ਤੇ ਫਿਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ। ਫਿਰ ਭੂਤਾਂ ਪ੍ਰੇਤਾਂ ਦੀ ਪੂਜਾ, ਦਿਨਾਂ ਵਾਰਾਂ ਦੀ ਪੂਜਾ, ਮੂਰਖਤਾ ਦੇ ਵਿਚਾਰ, ਇਹ ਥਿਤੀ ਵਾਰ ਦੂਜਾ ਦੋਏ। ਪਰਮ ਵਿੱਚ ਫਸੇ ਹੋਏ ਲੋਕ ਦਵੈਤ ਭਾਵ ਵਿੱਚ ਪੈ ਕਰਕੇ ਦੁਖੀ ਹੁੰਦੇ, ਫਿਰ ਦੁਖੀ ਹੋਣੋਂ ਹਟ ਜਾਂਦੇ, ਸਮਝ ਪੈ ਜਾਂਦੀ। ਸਤਿਗੁਰ ਬਾਝੋਂ ਅੰਧ ਗੁਬਾਰ। ਜੇ ਗੁਰੂ ਗਿਆਨ ਨਹੀਂ ਸਿੱਖਿਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਹਾਨ ਬਚਨਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਲਿਖੀ ਹੋਈ ਬਾਣੀ ਦੇ ਵਿਚਾਰ ਸਿੱਖੇ ਨਹੀਂ, ਸਤ ਸੰਗਤ ਕੀਤੀ ਨਹੀਂ, ਸਤਿਗੁਰ ਬਾਝੋਂ ਅੰਧ ਗੁਬਾਰ। ਫਿਰ ਅਗਿਆਨ ਦਾ ਹਨੇਰਾ ਛੱਡਦਾ ਨਹੀਂ। ਹਿਰਦੇ ਅੰਦਰ ਜੋ ਸੱਚਾਈ ਨਾ ਜਾਣ ਕੇ ਜੜ ਮਾਇਆ ਨਾਲ ਜੁੜਿਆ ਹੋਇਆ ਮਨੁੱਖ ਆ, ਉਹ ਦੁਖੀ ਹੁੰਦਾ ਰਹਿੰਦਾ। ਸਤਿਗੁਰੂ ਦੇ ਬਚਨ ਸੁਣੇ ਸੁਖੀ ਹੋ ਜਾਂਦਾ। ਥਿਤੀ ਵਾਰ ਸੇਵੇ ਮੁਕਤ ਵਾਰ। ਹੋਰ ਸੰਸਾਰ ਜਗਤ ਉੱਤੇ ਵਾਰ ਤਰੀਕ ਇੱਧਰ ਉੱਧਰ ਦੌੜ ਭੱਜ, ਜਿਹੜਾ ਇੱਧਰ ਲੱਗਾ ਹੋਇਆ ਗੁਰੂ ਸਾਹਿਬ ਕਹਿੰਦੇ ਉਹ ਮੂਰਖ ਆ, ਉਹ ਮਹਾਂ ਮੂਰਖ ਆ। ਥਿਤੀ ਵਾਰ ਸੇਵੇ ਮੁਕਤ ਵਾਰ, ਨਾਨਕ ਗੁਰਮੁਖ ਬੂਝੈ ਸੋਝੀ ਪਾਈ। ਗੁਰਦੇਵ ਕਹਿੰਦੇ ਜੇ ਇਸ ਤਰ੍ਹਾਂ ਸਤਿਗੁਰੂ ਪਾਸੋਂ ਉਪਦੇਸ਼ ਸੁਣੇ, ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਸੁਣ ਕੇ ਦ੍ਰਿੜ ਕਰ ਲਵੇ, ਇੱਕ ਨਾਮ ਸਦਾ ਰਹਾ ਸਮਾਏ। ਫਿਰ ਉਹ ਇੱਕ ਪਰਮਾਤਮਾ ਦੇ ਅੰਦਰ, ਵਾਹਿਗੁਰੂ ਦੇ ਅੰਦਰ, ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ। ਉਹਦਾ ਹਿਰਦਾ ਵੀ ਪਰਮੇਸ਼ਰ ਦਾ ਜਾਪ ਕਰਦਾ, ਉਹਦੀ ਰਸਨਾ ਵੀ ਵਾਹਿਗੁਰੂ ਦਾ ਜਾਪ ਕਰਦੀ, ਉਹਦਾ ਰੋਮ ਰੋਮ ਉਸ ਭਗਵਾਨ ਨੂੰ ਚੇਤੇ ਕਰਦਾ। ਇੱਕ ਮਨ ਇੱਕ ਚਿੱਤ ਹੋ ਕੇ ਭਗਵਾਨ ਨੂੰ, ਵਾਹਿਗੁਰੂ ਨੂੰ ਚੇਤੇ ਕਰਦਾ ਰਹਿੰਦਾ, ਉਹ ਸਦਾ ਸੁਖੀ ਰਹਿੰਦਾ। ਇੱਕ ਨਾਮ ਸਦਾ ਰਹਾ ਸਮਾਏ। ਇੱਕੋ ਇੱਕ ਪਰਮਾਤਮਾ ਦੇ ਨਾਮ ਨੂੰ ਹਿਰਦੇ ਅੰਦਰ ਦ੍ਰਿੜ ਕਰੇ ਤੇ ਸਦਾ ਵਾਸਤੇ ਉਹਦੇ ਵਿੱਚ ਅਭੇਦ ਹੋ ਜਾਵੇ। ਭਾਵ ਇਹ ਸੰਸਾਰ ਦੁੱਖ ਜਿਹੜੇ ਸਤਾਈ ਜਾਂਦੇ,
ਉਸ ਤੋਂ ਹਟ ਜਾਣ। ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਆਪਾਂ ਇਸ ਤਰੀਕੇ ਨਾਲ ਸਮਝਣ ਦਾ ਯਤਨ ਕਰੀਏ ਜਿਵੇਂ ਗੁਰਦੇਵ ਨੇ ਸਾਡੇ ਤੇ ਬਖਸ਼ਿਸ਼ ਕੀਤੀ। 5 ਮਿੰਟ ਨਾਮ ਜਪੀਏ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ